ਦੋਸਤੋ ਲਸ਼ਕਾਰਾ ਪ੍ਰੋਗਰਾਮ ਦੇ ਵਿੱਚ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਆਪ ਜੀ ਦੇ ਚਹੇਤੇ ਗਾਇਕਾਂ ਗੀਤਕਾਰਾਂ ਤੇ ਸੰਗੀਤਕਾਰਾਂ ਤੁਹਾਡੇ ਰੂਬਰੂ ਕਰਦੇ ਰਹੀਏ। ਅੱਜ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਪੰਜਾਬੀ ਦੇ ਸਰਮੌਰ ਗਾਇਕ ਅਤੇ ਗੀਤਕਾਰ ਜਸਵੰਤ ਸੰਦੀਲਾ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਕਹਿੰਦੇ ਸਵਾਗਤ ਤੁਹਾਡਾ ਜੀ। ਥੈਂਕ ਯੂ ਸ਼ਮੀ ਜੀ, ਤੁਸੀਂ ਸਾਨੂੰ ਇਸ ਪ੍ਰੋਗਰਾਮ 'ਚ ਬੁਲਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿਕਾਰਯੋਗ ਸਰੋਤਿਆਂ ਪਿਆਰ ਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਦੀਲਾ ਸਾਹਿਬ। ਬਹੁਤ ਸਾਰੇ ਸਾਡੇ ਪਰਿਵਾਰ ਨੇ ਜਿਹੜੇ ਤੁਹਾਡੇ ਫੈਨ ਨੇ ਜੀ। ਬੇਸ਼ੱਕ ਪੁਰਾਣੇ ਸਮੇਂ ਦੀ ਅਸੀਂ ਗੱਲ ਕਰੀਏ ਜਾਂ ਨਵੀਂ ਪੀੜ੍ਹੀ ਦੀ ਗੱਲ ਕਰੀਏ, ਉਹ ਵੀ ਤੁਹਾਡੇ ਫੈਨ ਨੇ ਕਿਉਂਕਿ ਤੁਹਾਡੇ ਜੋ ਗੀਤ ਲਿਖੇ ਹੋਏ ਨੇ ਜਾਂ ਤੁਸੀਂ ਗਾਏ ਹੋਏ ਗੀਤ ਨੇ ਹਮੇਸ਼ਾ ਸਾਡੇ ਪਰਿਵਾਰਾਂ ਨੂੰ ਪਸੰਦ ਕੀਤਾ ਕਿਉਂਕਿ ਉਹ ਬਿਲਕੁਲ ਪਰਿਵਾਰਕ ਗੀਤ ਹੁੰਦੇ ਸੀ ਜੀ। ਸੋ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜੀ। ਤੁਸੀਂ ਉਹ ਸਮਾਂ ਦੇਖਿਆ ਜਦੋਂ ਆਪਾਂ ਗੱਲ ਕਰੀਏ ਕਿ ਬੜੇ ਬੜੇ ਰਿਕਾਰਡਸ ਤੋਂ ਲੈ ਕੇ ਟੇਪਾਂ ਤੋਂ ਲੈ ਕੇ ਇੰਟਰਨੈਟ ਦਾ ਜ਼ਮਾਨਾ ਜੀ। ਹਾਂਜੀ। ਸੋ ਸੰਗੀਤ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਕੀ ਫਰਕ ਮਹਿਸੂਸ ਕਰ ਰਹੇ ਹੋ ਇਸ ਦੌਰ ਦੇ ਵਿੱਚ ਜੀ? ਕਿਉਂਕਿ ਚੇਂਜਸ ਤਾਂ ਬਹੁਤ ਜ਼ਿਆਦਾ ਹੈਗੇ, ਉਹ ਇਹ ਕੁਦਰਤ ਦਾ ਅਸੂਲ ਆ ਜੀ, ਤਬਦੀਲੀ ਤਾਂ ਆਉਣੀ ਆ। ਪਰ ਸਾਨੂੰ ਇਹ ਸਹੀ ਆ ਦੇਖੋ, ਸਾਡੀ ਚੰਗੀ ਕਿਸਮਤ ਆ ਅਸੀਂ ਸਾਰੇ ਦੌਰ ਦੇਖੇ ਜੀ। ਬਿਲਕੁਲ। ਕਿਉਂਕਿ ਅਸੀਂ ਇਹ ਰਿਕਾਰਡ ਜਦੋਂ ਉਹਦਾ ਸਿੰਗਲ ਦੋ ਪਾਸੇ ਇੱਕ ਗੀਤ ਉੱਧਰੋਂ ਸੀ ਇੱਕ ਉੱਧਰ ਹੁੰਦਾ ਸੀ, ਉਹ ਤੋਂ ਮੇਰੇ ਵੀ ਉਦੋਂ ਪਹਿਲਾ ਜਿਹੜਾ ਰਿਕਾਰਡ ਆ ਗਿਆ ਉਹ ਸਿੰਗਲ ਸੀ, EP ਰਿਕਾਰਡ ਹੁੰਦਾ ਸੀ ਜੀ। ਫਿਰ ਸੁਪਰ 7 ਜਿਹਦੇ 'ਚ 4 ਹੁੰਦੇ ਸੀ, ਫਿਰ 8 ਜਿਹਦੇ 'ਚ 8 ਦੇ LP ਰਿਕਾਰਡ ਜੀ। ਮੈਂ ਆਪ ਤੋਂ ਸੀਨੀਅਰ ਦੇ ਸੁਣੇ ਤੇ ਮੇਰੇ ਵੀ ਉਹ ਆਏ ਜੀ ਜੀ। ਉਸ ਤੋਂ ਬਾਅਦ ਫਿਰ ਆਡੀਓ ਕੈਸਟਸ ਆਉਣ ਲੱਗੀਆਂ, ਫਿਰ CD ਬਣਨ ਲੱਗ ਗਈ ਜੀ। ਹੁਣ ਪੈਨ ਡਰਾਈਵ ਆ ਗਈ, ਹੁਣ ਹਵਾ 'ਚ ਗੀਤ ਹੋਣ ਲੱਗ ਗਿਆ। ਉਸ ਅਸੀਂ ਇਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਵੀ ਸਾਰੇ ਦੌਰਾਂ 'ਚ ਅਸੀਂ ਗੁਜ਼ਰੇ। ਬਿਲਕੁਲ ਜੀ। ਤੇ ਜਿੱਥੇ ਪੁਰਾਣਾ ਦੌਰ ਦੇਖਿਆ ਉਹ ਨਵਾਂ ਵੀ ਦੇਖ ਰਹੇ ਹਾਂ ਜੀ ਜੀ ਜੀ। ਤੇ ਜਿਹੜਾ ਉਹ ਤਬਦੀਲੀ ਉਹ ਬੇਸ਼ੁਮਾਰ ਆਈ ਆ ਜੀ। ਤੇ ਹੁਣ ਅੱਗੇ ਤਾਂ ਪਰਮਾਤਮਾ ਨੂੰ ਪਤਾ ਵੀ ਕਿਸੇ ਨੇ ਕੀ ਸੋਚਿਆ ਕੀ ਕੁਝ ਹੋਣਾ ਵਾ ਜੀ ਜੀ। ਵੀ ਹੁਣ ਅੱਗੇ ਤਾਂ ਰਿਕਾਰਡਿੰਗ ਇੱਕ ਸਟੂਡੀਓ ਹੁੰਦਾ ਸੀ, ਦਿੱਲੀ ਹੁੰਦਾ ਸੀ, ਦਿੱਲੀ ਜਾ ਕੇ ਰਿਕਾਰਡਿੰਗ ਕਰਾਉਣੀ ਬਹੁਤ ਵੱਡੀ ਗੱਲ ਹੁੰਦੀ ਸੀ ਜੀ। ਬਿਲਕੁਲ। ਤੇ ਜਦੋਂ ਅਸੀਂ ਵੀ ਕਰਾਈ ਸਾਡੇ ਵੀ ਤਾਂ ਬਹੁਤ ਮੁਸ਼ਕਿਲ ਆਈ, ਪਰ ਜਿਹੜੇ ਸਾਡੇ ਤੋਂ ਸੀਨੀਅਰ ਸੀ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ। ਉਹ ਫਿਰ ਰਿਕਾਰਡ ਹੋ ਕੇ ਫਿਰ ਕਲਕੱਤੇ ਜਾਂਦਾ ਸੀ, ਡਮ ਜਾ ਕੇ ਰਿਕਾਰਡ ਬਣਦਾ ਸੀ। ਅੱਛਾ ਜੀ। ਉੱਥੋਂ ਫਿਰ ਸਾਰੀ ਦੁਨੀਆ ਚੱਲੀ ਜਾਂਦਾ ਸੀ ਤੇ ਲੋਕਾਂ ਨੂੰ ਇਹ ਧਾਰਨਾ ਸੀ ਵੀ ਇਕੱਲੇ ਦਿੱਲੀ ਜਾ ਕੇ ਰਿਕਾਰਡ ਹੋਣਾ, ਉਸ ਤੋਂ ਬਾਅਦ ਕਿਤੇ ਕੋਈ ਜਰੀਆ ਹੀ ਹੈ ਨਹੀਂ। ਹੁਣ ਜਰੀਆ ਘਰ ਘਰ ਆ, ਕਾਰਾਂ ਦੇ ਹਰ ਹੱਥ ਦੇ ਜਰੀਆ ਫੜਿਆ ਹੋਇਆ ਜੀ ਜੀ। ਤੇ ਹੁਣ ਤਾਂ ਇਹ, ਪਰ ਹੁਣ ਵੀ ਜੋ ਹੋ ਰਿਹਾ ਚੰਗਾ ਹੋ ਰਿਹਾ, ਪਹਿਲਾਂ ਵੀ ਜੋ ਚੰਗਾ ਹੋਇਆ ਬਹੁਤ ਵਧੀਆ ਜੀ। ਸੋ ਤੁਸੀਂ ਜਿੱਥੇ ਇੱਕ ਬਹੁਤ ਅੱਛੇ ਗਾਇਕ ਹੋ ਜੀ, ਉੱਥੇ ਗੀਤਕਾਰ ਵੀ ਹੈ ਜੀ। ਪਹਿਲਾਂ ਸਾਡੇ ਪਰਿਵਾਰ ਵੀ ਜਾਣਨਾ ਚਾਹਣਗੇ ਜੀ ਕਿ ਗੀਤਕਾਰੀ ਪਹਿਲਾਂ ਸ਼ੁਰੂ ਕੀਤੀ ਜਾਂ ਗਾਇਕੀ ਤੌਰ ਤੇ ਪਹਿਲਾਂ ਆਈ ਜੀ? ਸ਼ਮੀ ਬੇਸਿਕਲੀ ਮੈਂ ਗੀਤਕਾਰ ਹਾਂ ਕਿਉਂਕਿ ਮੈਂ ਗਾਇਕ ਆਪਦੇ ਨੂੰ ਸਮਝਿਆ ਨਹੀਂਗਾ। ਅੱਛਾ ਜੀ। ਵੈਸੇ ਤਾਂ ਜਿਹੜਾ ਗੀਤਕਾਰ ਤੇ ਗਾਇਕ ਹੋਣਾ ਦੋ ਵੱਖਰੇ ਟੈਲੈਂਟ ਹੈ ਜੀ। ਜੇ ਦੋ ਪਰਮਾਤਮਾ ਨੇ ਤੁਹਾਨੂੰ ਦਿੱਤੇ ਆ ਤਾਂ ਤੁਸੀਂ ਦੋ ਐਕਸਪੈਕਟ ਅਵੇਲ ਕਰਦੇ ਹੋ ਜੀ ਜੀ। ਜੇ ਹੁਣ ਜਿਹੜਾ ਗੀਤਕਾਰ ਉਹ ਗਾਇਕ ਨਹੀਂ ਬਣ ਸਕਦਾ, ਗਾਇਕ ਉਹ ਗੀਤਕਾਰ ਨਹੀਂ ਬਣ ਸਕਦਾ। ਤੇ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਵੀ ਮੈਨੂੰ ਦੋਵੇਂ ਹੁਨਰ ਪਰਮਾਤਮਾ ਨੇ ਦਿੱਤੇ ਜੀ ਜੀ। ਪਰ ਮੈਂ ਹੁਣ ਤੱਕ ਆਪਣੇ ਆਪ ਨੂੰ ਗੀਤਕਾਰ ਪਹਿਲਾਂ ਸਮਝਦਾ ਰਿਹਾ ਜੀ ਜੀ। ਕਿਉਂਕਿ ਮੈਂ ਗਾਇਕੀ ਵਾਸਤੇ ਪ੍ਰੀਪੇਅਰਡ ਨਹੀਂ ਸੀਗਾ ਜੀ। ਉਹ ਮੈਂ ਗਾਉਂਦਾ ਸੀ, ਕਾਲਜ ਗਾਉਂਦਾ ਸੀ, ਸਕੂਲ ਗਾਉਂਦਾ ਸੀ, ਯਾਰਾਂ ਦੋਸਤਾਂ ਗਾਉਂਦਾ ਸੀ, ਪਰ ਉਹ ਜਿੰਨਾ ਕਿ ਮੈਂ ਗਾਉਂਦਾ ਸੀ ਉਹ ਮੇਰੇ ਦੋਸਤਾਂ ਨੂੰ ਚੰਗਾ ਲੱਗਦਾ ਸੀ ਹਾਂਜੀ। ਤੇ ਸਭ ਤੋਂ ਮੇਰੀ ਚੰਗੀ ਕਿਸਮ ਮੇਰੀ ਗੁੜ ਲੱਗ ਕੇ ਆ ਵੀ ਜਦੋਂ ਮੈਂ ਰਿਕਾਰਡਿੰਗ ਕੰਪਨੀ 'ਚ ਗਿਆ ਜੀ, ਮੈਂ ਕਿਹਾ ਮੈਂ ਗੀਤ ਕਰਾਉਣਾ ਵੀ ਰਿਕਾਰਡ ਕਰਾਉਣਾ। ਉਸ ਤੋਂ ਪਹਿਲਾਂ ਮੇਰੇ ਗੀਤ ਲਿਖੇ ਹੋਏ ਬਹੁਤ ਸਾਰੇ ਆਰਟਿਸਟਾਂ ਨੇ ਗਾਤੇ ਸੀ ਜੀ। ਤੇ ਜ਼ਹੀਰ ਅਹਿਮਦ ਸਾਹਿਬ ਰਿਕਾਰਡਿੰਗ ਅਫਸਰ ਸੀ, ਉਹ ਰਿਕਾਰਡਿੰਗ ਦੀ ਡੇਟ ਦਿੰਦੇ ਹੁੰਦੇ ਸੀ ਤੇ ਉਹ ਬੜੀਆਂ ਐਡੀਸ਼ਨਾਂ ਲੈਂਦੇ ਸੀ, ਇੰਟਰੋ ਲੈਂਦੇ ਹੁੰਦੇ ਸੀ ਜੀ। ਉਹ ਜਿਹੇ ਗੀਤਕਾਰ ਮੇਰਾ ਬਹੁਤ ਵਧੀਆ ਇੰਪਰੈਸ਼ਨ ਸੀ। ਉਹਨੇ ਮੇਰੀ ਕੋਈ ਇੰਟਰਵਿਊ ਨਹੀਂ ਕੀਤੀ, ਮੈਨੂੰ ਐਗਜ਼ੈਕਟ ਡੇਟ ਦੇ ਦਿੱਤੀ ਵੀ ਇੰਨੀ ਤਰੀਕ ਨੂੰ ਰਿਕਾਰਡ ਕਰ ਲਾ ਤੇ ਮੇਰਾ ਊਜਾ ਸਾਹਿਬ ਨੇ ਬਿਨਾਂ ਐਡੀਸ਼ਨ ਲਿਆ ਰਿਕਾਰਡ ਕਰਤਾ। ਇਸ ਕਰਕੇ ਮੈਂ ਚੰਗੇ ਗੀਤਕਾਰਾਂ ਨੂੰ ਵੀ ਗਾਇਕਾਂ ਨੂੰ ਵੀ ਆਪਦੇ ਚੰਗਾ ਸਮਝਦਾ ਜੀ ਜੀ। ਬਹੁਤ ਵਧੀਆ ਕਿਉਂਕਿ ਮੈਂ ਜਿੰਨੀ ਗੀਤਕਾਰੀ ਸਟਰਗਲ ਕੀਤੀ ਉਹ ਮੈਨੂੰ ਗਾਇਕੀ 'ਚ ਮੇਰਾ ਫਾਇਦਾ ਹੋਇਆ ਹਾਂਜੀ। ਸੋ ਗੀਤਕਾਰੀ ਦੇ ਤੌਰ ਤੇ ਜੀ ਕਿਹੜੇ ਕਲਾਕਾਰਾਂ ਨੇ ਤੁਹਾਡੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ? ਸਭ ਤੋਂ ਪਹਿਲਾਂ ਮੇਰਾ ਗੀਤ ਕਰਾਇਆ ਸ਼੍ਰੀਮਤੀ ਜਗਮੋਹਨ ਕੌਰ ਨੇ ਜੀ, ਕੇਦੀਪ ਸਾਹਿਬ ਨੇ। ਉਸ ਤੋਂ ਬਾਅਦ ਫਿਰ ਮੈਂ ਮਾਨਕ ਸਾਹਿਬ, ਉਹ ਵੱਡੇ ਸਟਾਰ ਸੀ ਜੀ। ਜਗਮੋਹਨ ਕੌਰ ਬਹੁਤ ਵੱਡੀ ਆਰਟਿਸਟ ਸੀ। ਫਿਰ ਸਿੰਦਰ ਸ਼ਿੰਦਾ ਜੀ ਨੇ ਕਰਾਏ, ਫਿਰ ਗੁਰਚਰਨ ਪੁਲੀ ਤੇ ਪੰਮੀ ਜੀ ਹੁਣਾਂ ਨੇ ਕਰਾਏ। ਫਿਰ ਇੱਕ ਕੂਨਰ ਸੀ ਇੱਕ ਆਰਟਿਸਟ, ਉਹਨਾਂ ਨੇ ਊਜਾ ਸਾਹਿਬ ਨੇ ਰਿਕਾਰਡ ਕੀਤਾ, ਉਹ 'ਚ ਮੇਰੇ ਗੀਤ ਕੀਤੇ। ਫਿਰ ਕੰਵਲਜੀਤ ਨੀਰੂ ਨੇ, ਫਿਰ ਬਹੁਤ ਸਾਰੇ ਕਲਾਕਾਰਾਂ ਨੇ। ਫਿਰ ਤਾਂ ਇੰਨੇ ਗੀਤ ਹੋ ਗਏ ਆਪਣੇ ਆਪ ਨੂੰ ਹੀ ਪਤਾ ਲੱਗਿਆ, ਲਿਖਣਾ ਔਖਾ ਹੋ ਗਿਆ ਵੀ ਇੰਨੇ ਗੀਤ ਹੋ ਗਏ। ਤੁਸੀਂ ਵੈਸੇ ਇੱਕ ਚੀਜ਼ ਦੇਖਣ 'ਚ ਆਈ ਹੈ ਕਿ ਤੁਸੀਂ ਤਕਰੀਬਨ ਜ਼ਮਾਨੇ ਤੋਂ ਲਾਗੇ ਚੱਲੇ ਹੋ ਜੀ। ਜਿਸ ਵਕਤ ਦੁਗਾਣਾ ਗਾਇਕੀ ਦਾ ਪੂਰਾ ਜ਼ੋਰ ਸੀ ਜੀ, ਉਸ ਵਕਤ ਤੁਸੀਂ ਸੋਲੋ ਗਾਉਣ ਲੱਗੇ ਜੀ। ਤੇ ਜਦੋਂ ਸੋਲੋ ਤੋਂ ਬਾਅਦ ਫਿਰ ਦੁਗਾਣਾ ਗਾਇਕੀ 'ਚ ਵਾਪਸ ਆਏ ਜੀ, ਇਹ ਕੀ ਚੱਕਰ ਹੋਇਆ ਜੀ?
ਐਕਚੁਅਲੀ ਨਾ ਜਦੋਂ ਦੁਗਾਣਾ ਜਾ ਕੇ ਅੱਗੇ ਕਿਤੇ ਜ਼ੋਰ ਨਹੀਂ, ਉਹ ਜ਼ੋਰ ਦੇ ਵਿੱਚ ਮੈਂ ਵੀ ਜ਼ੋਰ ਲਾਇਆ। ਹਾਂਜੀ ਹਾਂਜੀ। ਤੇ ਜ਼ੋਰ ਮੇਰਾ ਕਾਮਯਾਬ ਰਿਹਾ, ਇਹ ਗੱਲ ਨਹੀਂ ਗੀ। ਤੇ ਪਰ ਜਦੋਂ ਉਹ ਸੈੱਟ ਟੁੱਟ ਜਾਂਦੇ ਰਹੇ, ਫਿਰ ਮੈਂ ਕਈ ਵਾਰੀ ਇਹ ਸੋਚਿਆ ਵੀ ਇੱਕ ਉਹ ਨਾਲ ਇੰਨੀ ਸਟਰਗਲ ਨਾਲ ਬੰਦਾ ਖੜਾ ਕਰਦੇ ਆ ਆਪਦਾ ਪਾਰਟਨਰ, ਉਹ ਜਦੋਂ ਮਰਜ਼ੀ ਪਰੇ ਹੋ ਜਾਂਦਾ। ਇੱਕ ਵਾਰੀ ਇੱਕ ਸਾਜਨ ਰਾਏਕੋਟੀ ਸਾਹਿਬ ਮੇਰੇ ਗੀਤਕਾਰੀ ਦੇ ਉਸਤਾਦ ਨੇ, ਉਹਨਾਂ ਦੇ ਇੱਕ ਲਾਈਨ ਆ ਵੀ ਨਾਲੇ ਮੇਰੀ ਮੰਗ ਛੁੱਟ ਗਈ ਨਾਲੇ ਤੂੰ ਮੁੱਕਰੀ ਭਰਜਾਈ, ਤੋੜ ਕੇ ਜਵਾਬ ਦੇ ਦਈਏ ਝੂਠਾ ਲਾਰਾ ਨਾ ਕਿਸੇ ਨੂੰ ਲਾਈਏ। ਉਹ ਕਹਿੰਦੇ ਗੱਲ ਸੁਣ ਦਿਓਰਾ ਭੋਰਿਆ ਜੇ ਤੈਨੂੰ ਕਿਹੜੀ ਕਿਹੜੀ ਗੱਲ ਸਮਝਾਈਏ, ਰੱਖੀਏ ਦੁਆਰਾ ਕੁਆਰਾ ਜੇਠ ਨੂੰ ਦਿਓਰ ਨੂੰ ਹੱਥੀਂ ਆਪਣੇ ਸ਼ਰੀਕ ਨਾ ਬਣਾਈਏ। ਅਸੀਂ ਆਪਣੇ ਹੱਥੀਂ ਸ਼ਰੀਕ ਬਣਾਉਂਦੇ ਆ, ਉਹੀ ਸ਼ਰੀਕ ਤੰਗ ਕਰਕੇ ਚਲੇ ਜਾਂਦਾ। ਇਸ ਕਰਕੇ ਕਿ ਸ਼ਰੀਕ ਬਣਾਉਣ ਨੂੰ ਆਪ ਹੀ ਕੁਆਰੇ ਰਹਿ ਜਾਓ। ਇਹ ਗੱਲ ਹੋਈ ਹੈ ਜੀ। ਬਹੁਤ ਸਾਰੇ ਮੈਂ ਦੇਖਿਆ ਜੀ ਆਮ ਦੁਕਾਨਾਂ ਜੋੜੀਆਂ ਜਦੋਂ ਇਸ ਗੱਲ ਕਰਦੇ ਆ, ਹਾਂਜੀ, ਬਹੁਤ ਘੱਟ ਜੋੜੀਆਂ ਨੇ ਜੋ ਐਂਡ ਤੱਕ ਸਾਥ ਨਿਭਾਉਂਦੀਆਂ ਨੇ ਜੀ। ਪਰ ਮੋਸਟਲੀ ਕੀ ਹੁੰਦਾ, ਥੋੜ੍ਹੇ ਥੋੜ੍ਹੇ ਸਮੇਂ ਬਾਅਦ 2-4 ਸਾਲਾਂ ਬਾਅਦ ਜੋੜੀਆਂ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਜਿਵੇਂ ਜਿਹੜਾ ਮਰਦ ਗਾਇਕ ਹੈਗਾ ਉਸ ਤਰ੍ਹਾਂ ਰਹਿੰਦਾ, ਪਰ ਨਵੀਂ ਫੀਮੇਲ ਆਰਟਿਸਟ ਆ ਜਾਂਦੀ ਹੈ। ਇਹਦਾ ਕੀ ਕਾਰਨ ਹੋਇਆ ਜੀ? ਇਹਦਾ ਕਾਰਨ ਪਹਿਲਾ ਕਾਰਨ ਤਾਂ ਹੈਗਾ ਵੀ ਜਿਹੜੀ ਕਮਰਸ਼ੀਅਲ ਪੁਆਇੰਟ ਆਫ ਵਿਊ ਤੋਂ ਹਰ ਇੱਕ ਬੰਦਾ ਸੋਚਣ ਲੱਗ ਜਾਂਦਾ ਜੀ। ਸਪੋਜ਼ ਕਰੋ ਅੱਜ ਮੈਂ ਤੁਹਾਡੇ ਨਾਲ ਨਵਾਂ ਕੰਮ ਕਰਨ ਲੱਗਿਆ ਜੀ, ਉਦੋਂ ਤਾਂ ਮੈਂ ਲੋੜ ਹੈ ਜੋ ਤੁਸੀਂ ਮੈਨੂੰ ਆਫਰ ਕਰੋਗੇ ਮੈਂ ਐਕਸੈਪਟ ਕਰ ਲਵਾਂ। ਜਦੋਂ ਮੈਂ ਸਟਰੋਂਗ ਹੋ ਗਿਆ ਫਿਰ ਮੇਰਾ ਲਾਲਚ ਵੀ ਨਹੀਂ ਮੈਂ ਵੱਧ ਲੈਣਾ, ਤੁਸੀਂ ਕਹਿਣਾ ਵੀ ਇਹਨੂੰ ਮੈਂ ਬਣਾਇਆ, ਹਾਂਜੀ ਹੱਕ ਤੁਸੀਂ ਵੀ ਤੁਹਾਡਾ ਵੀ ਠੀਕ ਆ। ਮੈਨੂੰ ਇਹ ਹੋਣਾ ਵੀ ਮੈਂ ਹੁਣ ਤੇ ਉਸ ਕਾਬਲ ਆ, ਮੇਰੇ ਕੋਲ ਬਹੁਤ ਮੇਰਾ ਟੈਲੈਂਟ ਹੈ, ਮੈਂ ਬਹੁਤ ਕੰਮ ਕਰਦਾ। ਉਹ ਫਿਰ ਜਿਹੜਾ ਉਹ ਡਿਫਰੈਂਸਿਸ ਹੈ ਨਾ, ਉਹ ਫਿਰ ਇੱਕ ਲੜਾਈ ਕ੍ਰੀਏਟ ਕਰ ਦਿੰਦਾ ਜੀ। ਤੇ ਉਹ ਜਿਹੜੇ ਤੇ ਸਬਰ ਸੰਤੋਖ ਵਾਲੇ ਹੁੰਦੇ ਵਿਚਾਲੇ ਪਰਮਾਤਮਾ ਦੇ ਜੇ ਕੰਮ ਚੱਲ ਰਿਹਾ ਤੇ ਇਹਦੇ ਸਾਰ ਲੈਂਦੇ ਜੀ। ਤੇ ਅੱਜ ਕੱਲ੍ਹ ਇਹ ਸੰਤੁਸ਼ਟੀ ਕਿਸੇ 'ਚ ਹੈ ਨਹੀਂ ਗੀ। ਪਹਿਲਾਂ ਹੁੰਦੇ ਸੀ, ਲੋਕਾਂ ਨਾਲ ਬਹੁਤ ਚਿਰ ਸਬਰ ਕਰ ਜਾਂਦੇ ਸੀ। ਇਸ ਕਰਕੇ ਉਹ ਫਿਰ ਹਮੇਸ਼ਾ ਇਹ ਟੁੱਟਣ ਦੀ ਨੌਬਤ ਆਈ ਦੀ। ਜਿਹੜਾ ਤੁਸੀਂ ਦੂਜਾ ਸਵਾਲ ਕੀਤਾ ਵੀ ਬਾਅਦ 'ਚ ਕੁੜੀਆਂ ਨਹੀਂ ਕਾਮਯਾਬ ਹੁੰਦੀਆਂ, ਮੁੰਡੇ ਹੋ ਜਾਂਦੇ, ਉਹਦਾ ਰੀਜ਼ਨ ਇਹ ਹੁੰਦਾ ਵੀ ਜਦੋਂ ਦੋ ਬੰਦੇ ਕੰਮ ਕਰ ਰਹੇ ਹੁੰਦੇ ਆ, ਉਹ 'ਚ ਲੋਕਾਂ ਨੂੰ ਲੱਗਦਾ ਵੀ ਦੋਵੇਂ ਬੰਦੇ ਕੰਮ ਕਰ ਰਹੇ ਨੇ, ਪਰ ਇੱਕ ਬੰਦੇ ਦਾ ਕੰਮ ਜ਼ਿਆਦਾ ਉਹਦਾ ਇਹ ਹੁੰਦਾ ਵੀ ਉਹ ਇੱਕ ਬੰਦਾ ਉਹ ਗੀਤ ਬਾਹਰੋਂ ਇਕੱਠੇ ਕਰ ਰਿਹਾ ਹੁੰਦਾ, ਫਿਰ ਉਹ ਗੀਤਾਂ ਦੀ ਕੰਪੋਜੀਸ਼ਨ ਕਰ ਰਿਹਾ ਹੁੰਦਾ, ਫਿਰ ਕੰਪੋਜੀਸ਼ਨ ਕਰਕੇ ਤਿਆਰੀ ਕਰਕੇ ਨਾਲ ਦੇ ਆਰਟਿਸਟ ਨੂੰ ਤਿਆਰ ਕਰ ਰਿਹਾ ਹੁੰਦਾ, ਉਹਦੀ ਤਰਜ ਬਣਾ ਰਿਹਾ ਹੁੰਦਾ, ਫਿਰ ਉਹਦੀ ਪਰਫਾਰਮੈਂਸ ਕਿੱਦਾਂ ਕਰਨੀ ਆ, ਰਿਹਰਸਲ ਕੀ ਹੋਣੀ, ਉਹ ਸਾਰਾ ਅਰੇਂਜ ਕਰ ਰਿਹਾ ਹੁੰਦਾ, ਫਿਰ ਪ੍ਰੋਗਰਾਮ ਬੁੱਕ ਕਰ ਰਿਹਾ ਹੁੰਦਾ। ਪ੍ਰੋਗਰਾਮ ਬੁੱਕ ਕਰਕੇ ਜਿਹੜੇ ਕਸਟਮਰ ਉਹਨਾਂ ਨੂੰ ਮੋਬਿਲਾਈਜ਼ ਕਰਕੇ ਸਾਰੇ ਮਿਊਜ਼ੀਸ਼ੀਅਨ ਇਕੱਠੇ ਕਰਕੇ ਸਟੇਜ 'ਤੇ ਲਿਜਾ ਰਿਹਾ ਹੁੰਦਾ। ਲੋਕੀ ਸਟੇਜ 'ਤੇ ਦੇਖ ਰਹੇ ਇਕੱਠੇ ਕੰਮ ਕਰ ਰਹੇ ਆ, ਪਰ ਜਿਹੜਾ ਪਿਛਲਾ ਕੰਮ ਉਹ ਇੱਕ ਬੰਦੇ ਦਾ ਬਹੁਤ ਜ਼ਿਆਦਾ ਹੁੰਦਾ। ਉਹ ਵਰਕ ਜਦੋਂ ਇਕੱਲਾ ਬੰਦਾ ਟੁੱਟ ਕੇ ਕਰਦਾ ਉਹਦੇ ਕੋਲ ਵਰਕ ਹੁੰਦਾ ਨਹੀਂਗਾ ਜੀ। ਸਹੀ ਹੈ। ਰੀਜ਼ਨ ਦਾ ਜਿਹੜਾ ਮੇਨ ਰੀਜ਼ਨ ਇਹ ਆ ਵੀ ਜੇ ਮੈਂ ਆ ਤੁਸੀਂ ਆਪਾਂ ਇਕੱਠੇ ਕੰਮ ਕਰ ਰਹੇ ਹੋ, ਮੈਂ ਇੰਟਰਵਿਊ ਦੇ ਗਿਆ, ਲੋਕਾਂ ਕਹਿੰਦੇ ਸ਼ਮੀ ਭਾਈ ਤੇ ਸੰਦੀਲੇ ਦੀ ਇੰਟਰਵਿਊ ਹੋਈ ਆ, ਪਰ ਜੋ ਕੈਮਰੇ ਇਕੱਠੇ ਕੀਤੇ, ਜੋ ਸੈੱਟ ਲੱਗਿਆ, ਜੋ ਟੈਲੀਕਾਸਟ ਹੋਇਆ, ਜੋ ਚੈਨਲ ਨੇ ਕੰਮ ਕੀਤਾ, ਤੁਹਾਡਾ ਕੱਲ ਮੈਂ ਹੋਰ ਇੰਟਰਵਿਊ ਵਾਲਾ ਹੋ ਸਕਦਾ, ਮੈਂ ਕੱਲ ਮੈਂ ਨਹੀਂ ਕੰਮ ਕਰ ਸਕਦਾ। ਇਹ ਜਿਹੜਾ ਇਹ ਫੈਕਟ ਹੈ ਨਾ, ਇਹ ਫਿਰ ਜਦੋਂ ਅਗਲਾ ਕਹਿੰਦਾ ਫਲਾਨਾ ਕਾਮਯਾਬ ਨਹੀਂ, ਜੇ ਤਾਂ ਕੁੜੀ ਨੇ ਉਦੋਂ ਕੰਮ ਕੀਤਾ ਫਿਰ ਕੁੜੀ ਕਾਮਯਾਬ, ਮੁੰਡਾ ਰਹਿ ਜਾਊਗਾ ਜੀ। ਜੇ ਮੁੰਡੇ ਦਾ ਕੰਮ ਕੀਤਾ ਤਾਂ ਕੁੜੀ ਰਹਿ ਜਾਊਗੀ। ਇੱਥੇ ਮੋਸਟਲੀ ਮੁੰਡਿਆਂ ਦਾ ਕੰਮ ਕੀਤਾ ਹੁੰਦਾ ਜੀ। ਸਹੀ ਹੈ। ਤੇ ਮੇਰਾ ਇਹ ਸੀ ਮੈਂ ਗੀਤਕਾਰ ਆਪ ਆ, ਹਾਂਜੀ, ਮੈਂ ਗੀਤ ਮੈਂ ਆਪ ਲਿਖ ਲੈਣੇ ਆ, ਤਰਜ ਉਹਦੀ ਆਪ ਬਣਾ ਲੈਣੀ ਆ, ਦਫ਼ਤਰ ਮੇਰਾ ਆਪਦਾ, ਸਾਜੀ ਮੇਰੇ ਆਪਦੇ, ਕਾਰ ਮੇਰੀ ਆਪਦੀ ਆ, ਤਜਰਬਾ ਮੇਰਾ ਆਪਦਾ, ਉਹ ਸਾਰਾ ਫਿਰ ਦੂਜੇ 'ਚ ਕਿਵੇਂ ਰਹੂਗਾ? ਸਹੀ ਹੈ, ਬਿਲਕੁਲ ਸਹੀ ਹੈ। ਇਹ ਰੀਜ਼ਨ ਹੁੰਦਾ। ਮੋਸਟਲੀ ਅਸੀਂ ਜਿਹੜਾ ਪੁਰਾਣੇ ਸਮੇਂ ਦੀ ਗੱਲ ਕਰੀਏ, ਪੁਰਾਣੇ ਸਮੇਂ ਦੇ ਵਿੱਚ ਦੁਗਾਣਾ ਗਾਇਕੀ ਦਾ ਜਿਹੜਾ ਨਾਮ ਜੋੜਿਆ ਜਾਂਦਾ ਸੀ, ਲੱਚਰ ਗਾਇਕੀ ਤੌਰ 'ਤੇ ਜਾਣਿਆ ਜਾਂਦਾ ਸੀ, ਪਰ ਹੁਣ ਉਸ ਦੇ ਵਿੱਚ ਤਬਦੀਲੀ ਆਈ ਹੈ। ਤੁਹਾਨੂੰ ਕੀ ਲੱਗਦਾ ਕਿ ਸਿਰਫ ਦੁਗਾਣਾ ਗਾਇਕੀ ਵਿੱਚ ਹੀ ਲੱਚਰਤਾ ਸੀ ਜਾਂ ਆਮ ਸੋਲੋ ਗਾਇਕੀ ਵਿੱਚ ਵੀ ਆਉਂਦੀ ਹੈ? ਇਹ ਲੱਚਰਤਾ ਤਾਂ ਕਿਤੇ ਵੀ ਆ ਸਕਦੀ ਆ ਜੀ, ਪਰ ਮੈਂ ਕਹਿੰਦਾ ਵੀ ਲੱਚਰਤਾ ਕੁਝ ਇੱਕ ਦੋ ਆਰਟਿਸਟ ਹੈਗੇ ਸੀ ਜਿਨ੍ਹਾਂ ਦਾ ਸੁਭਾਅ ਸੀ ਜੀ, ਤੇ ਕਿਉਂਕਿ ਅਸੀਂ ਉਸ ਯੁੱਗ 'ਚੋਂ ਹਾਂਜੀ ਬਿਲਕੁਲ ਵਿਚਰੇ ਆ, ਸਾਡੇ 'ਚ ਉਹ ਲੱਚਰਤਾ ਨਹੀਂ। ਇੱਕ ਨਾ ਸ਼ਬਦ ਚੋਣ ਹੁੰਦੀ ਆ ਕਿਸੇ ਗੱਲ ਨੂੰ ਕਰ ਲੈਣਾ ਜੀ, ਉਹ ਗੀਤਕਾਰ ਨੇ ਵੀ ਉਹਨਾਂ ਲਫ਼ਜ਼ਾਂ ਨੂੰ ਇੱਕ ਵਿਊਜ਼ ਨੂੰ ਜਾਂ ਇੱਕ ਆਈਡੀਆ ਨੂੰ ਕਿੱਦਾਂ ਐਕਸਪ੍ਰੈਸ ਕੀਤਾ ਜੀ। ਇੱਕ ਕੋਈ ਕਿਸੇ ਔਰਤ ਜਾਂ ਕਿਸੇ ਦੀ ਜਵਾਨੀ ਦੀ ਗੱਲ ਕਰਦੇ ਆਪਾਂ, ਹਾਂਜੀ, ਉਹ ਇੱਕ ਗੀਤ ਆ ਵੀ ਘੁੰਡ ਚੱਕ ਮੁਖੜਾ ਦਿਖਾ ਦੇ ਜੇਠ ਨੂੰ, ਘੁੱਗੇ ਦਾ ਜੋੜਾ ਨੱਚੇ ਚੁਨੀਹੜ ਨੂੰ, ਇੱਕ ਗੀਤਕਾਰ ਨੇ ਉਹ ਲਿਖਿਆ। ਦੂਜੇ ਨੇ ਲਿਖਿਆ ਸ਼ਿਵ ਕੁਮਾਰ ਨੇ, ਬਟਾਲਵੀ ਨੇ ਲੂਣਾ ਜਿਹੀ ਲਿਖਿਆ, ਮੈਂ ਅੱਗ ਚੱਲੀ ਪਰਦੇਸ ਨੇੜੀਓ ਅੱਗ ਚੱਲੀ ਪਰਦੇਸ, ਇੱਕ ਛਾਤੀ ਮੇਰੀ ਹਾੜ ਤਪਾਉਂਦਾ ਇੱਕ ਤਪਾਉਂਦਾ ਜੇਠ ਜੀ ਹੈ, ਉਹ 'ਚ ਵਲਗਰਿਟੀ ਹੈ। ਇਹ ਗੀਤ ਇੱਕ ਮੇਰੇ ਵੱਡੇ ਭਰਾ ਨੂੰ ਸੀ, ਮੇਰਾ ਦੋਸਤ ਸੀ ਦਦਾਰ ਸੰਧੂ ਨੇ ਲਿਖਿਆ। ਉਹਨੇ ਕਿਹਾ ਸੁੱਤੀ ਦੇ ਬੈਠ ਸਰਾਣੇ ਦੇ ਸਾਹਾਂ ਨੂੰ ਗਿਣਦਾ ਰਹਿਣਾ, ਸਿਖਰਾਂ 'ਤੇ ਗਈ ਜਵਾਨੀ ਨਜ਼ਰਾਂ ਨਾਲ ਮਿਣਦਾ ਰਹਿਣਾ,
ਜੋ ਮੈਨੂੰ ਰਸ ਭਰਿਆ ਸੀਨੇ ਦੇ ਢੇਰੀ ਕਰਿਆ, ਕਿਵੇਂ ਨਾ ਕਦਰ ਇਹਦੀ ਪਾਵਾਂ। ਗੱਲ ਉਹੀ ਆ ਜੀ, ਉਹਨੂੰ ਅਲੱਗ ਰੂਪ ਚ ਗੱਲ ਉਹੀ ਆ। ਇਹ ਤਾਂ ਤੁਹਾਡੇ ਗੀਤਕਾਰ ਦਾ ਤੁਹਾਡਾ ਅੰਦਾਜ਼ੇ ਬਿਆਨ ਆ ਵੀ ਤੁਸੀਂ ਤੁਹਾਡੀ ਕਿੰਨੀ ਕਪੈਸਿਟੀ ਆ ਜੀ, ਤੁਸੀਂ ਉਹ ਗੱਲ ਨੂੰ ਕਿੰਨੇ ਵਧੀਆ ਤਰੀਕੇ ਨਾਲ ਲੋਕਾਂ ਪਹੁੰਚਾ ਸਕਦੇ ਹੋ। ਉਹੀ ਗੱਲ ਵਲਗੈਰਿਟੀ ਬਣ ਜਾਣੀ, ਉਹੀ ਗੱਲ ਇੱਕ ਸ਼ਾਇਰੀ ਬਣ ਜਾਣੀ ਆ, ਚੰਗੇ ਲਫ਼ਜ਼ ਬਣ ਜਾਣੇ। ਉਹ ਜਾਂ ਤੁਹਾਡਾ ਗਿਆਨ ਘੱਟ ਆ, ਜਾਂ ਤੁਹਾਡਾ ਤਜਰਬਾ ਘੱਟ ਆ, ਜਾਂ ਤੁਹਾਡਾ ਸੁਭਾਅ ਹੀ ਆ ਵੀ ਉਹ ਕੰਮ ਕਰਨਾ ਜਿਹੜਾ ਲੋਕਾਂ ਨੂੰ ਬੁਰਾ ਲੱਗੇ, ਉਹ ਕਰ ਇਹ ਫਰਕ ਹੈ ਜੀ। ਹੋ ਸਕਦਾ ਸਾਡੇ ਗੀਤਾਂ 'ਚ ਕੋਈ ਐਸੇ ਲਫ਼ਜ਼ ਆਏ ਹੋਣ, ਪਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਗੱਲ ਕਰ ਲਓ, ਪਤਾ ਨਾ ਲੱਗੇ ਜੀ। ਜਦੋਂ ਗੀਤਕਾਰੀ ਤੌਰ 'ਤੇ ਮੈਂ ਗੱਲ ਕਰਾਂ ਜੀ, ਤੁਸੀਂ ਜਿਵੇਂ ਗੱਲਬਾਤ ਕੀਤੀ ਹੈ, ਪਹਿਲਾਂ ਤੁਸੀਂ ਬਹੁਤ ਸਾਰੇ ਗਾਇਕ ਅਤੇ ਗਾਇਕਾਵਾਂ ਨੂੰ ਗੀਤ ਦਿੱਤੇ ਹਾਂਜੀ। ਉਸ ਤੋਂ ਬਾਅਦ ਜਦੋਂ ਤੁਸੀਂ ਆਪ ਇਸ ਲਾਈਨ ਦੇ ਵਿੱਚ ਆਏ ਹੋ ਜੀ, ਦੁਗਾਣਾ ਜੋੜੀ ਦੇ ਤੌਰ 'ਤੇ ਆਏ ਹੋ, ਕੀ ਉਸ ਤੋਂ ਬਾਅਦ ਵੀ ਕਦੇ ਕਿਸੇ ਦੁਗਾਣਾ ਜੋੜੀ ਨੂੰ ਵੀ ਗੀਤ ਦਿੱਤਾ, ਜਾਂ ਸਿਰਫ ਆਪਣੇ ਵਾਸਤੇ ਗੀਤ ਰੱਖੇ ਆ ਜੀ? ਡਿਊਟ ਸੌਂਗਸ ਨਹੀਂ, ਫਿਰ ਮੇਰੇ ਖਿਆਲ ਮੈਂ ਦਿੱਤਾ ਨਹੀਂ। ਅੱਛਾ ਜੀ। ਫਿਰ ਕੀ ਹੁੰਦਾ ਵੀ ਆਪਣਾ ਨਾ ਸਾਰੇ ਕੁੜਮਾ ਕੇ ਗੀਤ ਰਹੇ, ਫਿਰ ਲਾਲਚ ਹੁੰਦਾ ਵੀ ਜੇ ਗੀਤ ਵਧੀਆ ਲਿਖੇ ਆ, ਜੇ ਕਿਸੇ ਨੇ ਮੰਗਿਆ ਵੀ ਤਾਂ ਚੱਲ ਚੁੱਪ ਹੀ ਕਰ ਜਾਣਾ ਵੀ ਚੱਲ ਹੁੰਦਾ। ਹਾਂ ਬਿਲਕੁਲ। ਫਿਰ ਨਹੀਂ, ਜਿਹੜੇ ਆਮ ਥੋੜੇ ਕੰਪੀਟੀਟਰ ਹੁੰਦੇ ਉਹ ਮੰਗਦੇ ਵੀ ਨਹੀਂ, ਅਗਲੇ ਮੰਗਦੇ ਆਪ ਹੀ ਗਾਣਾ। ਹਾਂ, ਕਿਉਂਕਿ ਜੇ ਸਿੰਗਰ ਨਾ ਹੋਵੇ ਫਿਰ ਅਗਲਾ ਮੰਗਦਾ ਹੁੰਦਾ, ਯਾਰ ਇਹਨੇ ਤਾਂ ਆਪਦਾ ਇਹਨੇ ਗਾ ਲੈਣਾ ਜੀ ਜੀ ਜੀ। ਤੇ ਕਈ ਵਾਰੀ ਹੁੰਦਾ ਸੋ ਗੀਤ ਕਈ ਵਾਰੀ ਲੈ ਵੀ ਜਾਂਦੇ, ਕਈ ਸੱਜਣ ਮਿੱਤਰ ਹੁੰਦੇ, ਕਈ ਕਰ ਦਿੰਦੇ ਆ। ਜਿਵੇਂ ਇੱਕ ਗੀਤ ਸੀ ਉਹ ਜਿਹੜਾ ਸੋਲੋ ਸੀ, ਜਦੋਂ ਮੇਰਾ ਲੱਕ ਹਿਲਦਾ ਸਾਰਾ, ਉਹ ਅਸੀਂ ਜਿਹੜੀ ਮੇਰੇ ਨਾਲ ਆਰਟਿਸਟ ਸੀ ਉਹਦੀ ਆਵਾਜ਼ 'ਚ ਰਿਕਾਰਡ ਕਰਨ ਲੱਗੇ, ਤੇ ਮੈਂ ਊਜਾ ਸਾਹਿਬ ਨੂੰ ਗੀਤ ਸੁਣਾਇਆ। ਉਹ ਕਹਿੰਦੇ ਗੀਤ ਨਹੀਂ ਕਰਨਾ। ਮੈਂ ਕਿਹਾ ਜੀ ਗੀਤ ਬਹੁਤ ਅੱਛਾ, ਫਿਰ ਸਟੇਜ 'ਤੇ ਦੇਖਿਆ ਵੀ ਬਹੁਤ ਵਧੀਆ। ਕਹਿੰਦੇ ਇਸੇ ਕਰਕੇ ਨਹੀਂ ਕਰਨਾ। ਮੈਂ ਕਹਿੰਦਾ ਕੀ ਮਤਲਬ? ਅੱਛਾ। ਕਹਿੰਦਾ ਮੈਂ ਕਿਸੇ ਆਰਟਿਸਟ ਦੀ ਕੈਸਟ ਕਰੀ ਫਿਰਦਾ, ਜਿਹਦੇ ਨਾਲ ਮੈਂ ਕੈਸਟ ਵੇਚਣੀ, ਉਹ ਗੀਤ ਨਹੀਂ ਸੀ ਲੱਭਦਾ। ਓਕੇ ਓਕੇ, ਵੀ ਹੁਣ ਗੀਤ ਲੱਭ ਗਏ ਮੈਨੂੰ। ਆਹੋ, ਮੈਂ ਕਿਹਾ ਜੀ ਸਾਡੇ ਨਾਲ ਕਹਿੰਦਾ ਤੇਰਾ ਕਿਤੇ ਉਹ ਆਪੇ ਹੋ ਕਰ ਜੋ। ਉਹ ਫਿਰ ਕਮਲਜੀਤ ਨੀਰੂ ਦੀ ਆਵਾਜ਼। ਕਮਲਜੀਤ ਨੀਰੂ ਦੀ ਆਵਾਜ਼। ਹਾਂਜੀ। ਜਦੋਂ ਅਸੀਂ ਆਮ ਹੁਣ ਜਿਹੜੀ ਖਾਸ ਤੌਰ 'ਤੇ ਸਟੇਜ ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ ਜੀ, ਤਾਂ ਕਲਾਕਾਰ ਲੋਕਾਂ ਤੋਂ ਹੁਣ ਦੂਰ ਹੁੰਦੇ ਜਾ ਰਹੇ ਨੇ ਜੀ। ਜਦ ਤੁਹਾਡਾ ਸਮਾਂ ਸੀਗਾ, ਉਸ ਵਕਤ ਲੋਕਾਂ ਦੇ ਬਹੁਤ ਨਜ਼ਦੀਕ ਹੁੰਦੇ ਸੀ, ਤੁਸੀਂ ਵੀ ਲੋਕਾਂ ਦੇ ਵਿੱਚ ਵਿਚਰ ਕੇ ਇੱਕ ਪਰਿਵਾਰ ਦੇ ਤੌਰ 'ਤੇ ਜਿਹੜੀ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਦੇ ਸੀਗੇ। ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਆਰਟਿਸਟ ਨੇ ਬਾਉਂਸਰ ਵਗੈਰਾ ਰੱਖ ਲਏ ਜੀ, ਅਤੇ ਉਹ ਸਗੋਂ ਲੋਕਾਂ ਤੋਂ ਪਰੇ ਹੁੰਦੇ ਜਾਂਦੇ ਆ। ਤੁਹਾਨੂੰ ਕੀ ਲੱਗ ਰਿਹਾ, ਜਿਹੜਾ ਸੰਗੀਤ ਆ ਜੀ, ਜਾਂ ਸਾਡੀ ਜਿਹੜੀ ਪਰਫੋਰਮੈਂਸ ਆ ਆਰਟਿਸਟਾਂ ਦਾ, ਜਿਹੜੇ ਗਾਇਕ ਅਤੇ ਇੱਕ ਜਿਹੜੀ ਪਰਿਵਾਰਾਂ ਦਾ ਜੋ ਗੈਪ ਪੈ ਰਿਹਾ ਜੀ, ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਸੰਗੀਤ ਦੇ ਹੋਰ ਨੇੜੇ ਕਰੂਗਾ ਜਾਂ ਦੂਰ ਹੁੰਦਾ ਜਾਊਗਾ ਜੀ? ਇਹ ਦੂਰ ਹੋਊਗਾ ਜਦੋਂ ਤੁਸੀਂ ਆਪਣੇ ਨਾਲ ਬਹੁਤਾ ਵੱਡਾ ਸ਼ੋਅ ਆਫ ਕਰਦੇ ਹੋ, ਲੋਕਾਂ ਨੂੰ ਤੁਹਾਨੂੰ ਸਮਝਣ ਲੱਗਦਾ ਵੀ ਇਹ ਸਾਡਾ ਨਹੀਂ ਹੈਗਾ। ਜੀ ਜੀ ਜੀ। ਇਹ ਸਾਡਾ, ਇਹ ਉਪਰਾ ਬੰਦਾ ਸਾਡੇ ਘਰ ਆ ਕੇ ਵੀ ਇਹ ਇੱਦਾਂ ਅਨਸਿਕਿਉਰ ਸਮਝ ਰਿਹਾ। ਬਿਲਕੁਲ ਬਿਲਕੁਲ। ਕਿਉਂ ਜਦੋਂ ਤੁਸੀਂ ਕਿਸੇ ਘਰ ਚਲ ਜਾਂਦੇ ਹੋ, ਫਿਰ ਘਰਾਂ ਦੇ ਤੁਸੀਂ ਇੰਨੇ ਪਿਆਰੇ ਹੋ ਜਾਓ ਵੀ ਉਹ ਥੋੜ੍ਹੇ ਜਿਹੇ ਜਾਨ ਵਾਰ ਦੇਣ। ਜੀ ਜੀ ਜੀ। ਸਾਨੂੰ ਸਾਰੀ ਜ਼ਿੰਦਗੀ ਲੋੜ ਨਹੀਂ ਪਈ ਕਦੀ ਵੀ, ਕਿਉਂਕਿ ਪ੍ਰੋਗਰਾਮ ਤਾਂ ਅਸੀਂ ਵੀ ਕੀਤਾ, ਨਾਲ ਸਾਡੇ ਨਾਲ ਕੁੜੀ ਵੀ ਰਹੀ। ਹਾਂਜੀ। ਪਰ ਕਦੀ ਇੱਦਾਂ ਨਹੀਂ ਲੱਗਿਆ ਵੀ ਅਸੀਂ ਇਨਸਿਕਿਉਰ ਹਾਂ। ਜਦੋਂ ਜਾਂਦੇ ਸੀ ਘਰ ਵਾਲੇ, ਉਹ ਅੱਗੇ ਪਿੱਛੇ ਹੋ ਜਾਂਦੇ ਸੀ। ਜੀ ਜੀ ਜੀ। ਵੀ ਸਾਡੀ ਡਿਊਟੀ ਹੈ ਇਹਨਾਂ ਨੂੰ ਸੇਫ ਭੇਜਣਾ ਜੀ, ਭੇਜਣਾ। ਅਤੇ ਤੁਸੀਂ ਸਗੋਂ ਪਿਆਰ ਸਤਿਕਾਰ ਅਗਲੇ ਨੂੰ ਇੱਦਾਂ ਕਰੋ ਵੀ ਅਗਲਾ ਤੁਹਾਡਾ ਬਣ ਜਾਵੇ, ਨਾ ਕਿ ਤੁਹਾਨੂੰ ਟੁੱਟ ਜਾਵੇ। ਜੀ ਜੀ। ਪਰ ਹੋ ਸਕਦਾ ਵੀ ਜਿਹੜੇ ਅੱਜ ਕੰਮ ਕਰ ਰਹੇ ਉਹਨਾਂ ਨੂੰ ਚੰਗਾ ਲੱਗਦਾ ਹੋਊਗਾ। ਅਸੀਂ ਤਾਂ ਇੱਦਾਂ ਕੰਮ ਕੀਤਾ ਨਾ, ਅਸੀਂ ਚਾਹੁੰਦੇ ਹਾਂ। ਬਾਕੀ ਸਭ ਤੋਂ ਵੱਡਾ ਰੱਖਾ ਤਾਂ ਉੱਪਰ ਵਾਲਾ ਹੁੰਦਾ। ਬਿਲਕੁਲ ਜੀ। ਜਿਹਨੇ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਇਹਨਾਂ ਸਿਕਿਉਰਟੀਆਂ ਨੇ ਕੀ ਕਰਨਾ ਜੇ ਉਹਦੀ ਨਿਗਾਹ 'ਚ ਕਰੋਪੀ ਆ ਤਾਂ। ਬਿਲਕੁਲ ਜੀ। ਉਹਦੀ ਨਿਗਾਹ ਸਵੱਲੀ ਚਾਹੀਦੀ ਹੈ, ਲੋਕਾਂ ਦਾ ਪਿਆਰ ਚਾਹੀਦਾ। ਜੀ। ਕਲਾਕਾਰ ਹਮੇਸ਼ਾ ਮਹਿਫੂਜ਼ ਹੈ। ਜੀ। ਜਦੋਂ ਅਸੀਂ ਪਿਛਲੇ ਸਮੇਂ ਦੀ ਗੱਲ ਕਰਦੇ ਹਾਂ, ਤੁਹਾਡੇ ਸਮੇਂ ਦੀ ਗੱਲ ਕਰਦੇ ਹਾਂ ਜੀ, ਉਸ ਵਕਤ ਜਿਹੜੀਆਂ ਫਿਲਮਾਂ ਵੀ ਚੱਲਦੀਆਂ ਹੁੰਦੀਆਂ ਸੀ, ਆਮ ਪੰਜਾਬੀ ਫਿਲਮਾਂ ਬਣਦੀਆਂ ਸੀ, ਉਹਦੇ ਵਿੱਚ ਵੀ ਜਿਹੜੇ ਕਲਾਕਾਰਾਂ ਦਾ ਇੱਕ ਜੋ ਅਖਾੜਾ ਰੂਪ ਫਿਲਮਾਕਣ ਹੁੰਦਾ ਸੀ ਜੀ। ਹਾਂਜੀ ਹਾਂਜੀ। ਪਰ ਤੁਸੀਂ ਹਮੇਸ਼ਾ, ਜਿਵੇਂ ਮਾਨਕ ਸਾਹਿਬ ਦੀ ਗੱਲ ਕਰਾਂ ਜਾਂ ਹੋਰ ਜਿਹੜੇ ਆਰਟਿਸਟ ਆ ਉਹਨਾਂ ਦੀ ਗੱਲ ਕਰਾਂ, ਤਕਰੀਬਨ ਉਹਨਾਂ ਦੇ ਲੱਗਦਾ ਹੁੰਦਾ ਸੀ ਅਖਾੜਾ ਵਿੱਚ ਵੀ ਮਾਨਕ ਸਾਹਿਬ ਦਾ ਅਖਾੜਾ ਵਿੱਚ ਫਿਲਮ ਦਿਖਾਇਆ ਗਿਆ, ਪਰ ਤੁਸੀਂ ਹਮੇਸ਼ਾ ਫਿਲਮਾਂ ਤੋਂ ਗੈਪ ਰਹੇ ਹੋ ਜੀ। ਗੈਪ ਇਸ ਦਾ ਕਾਰਨ ਕੀ ਹੋਇਆ ਜੀ? ਕਾਰਨ ਇਹਦਾ ਇਹ ਇੱਕ ਦੋ ਕਾਰਨ ਹੈਗੇ ਸੀ ਜੀ। ਪਹਿਲਾਂ ਤਾਂ ਜਿਨ੍ਹਾਂ ਨੇ ਮੋਸਟਲੀ ਅਖਾੜੇ ਲੱਗੇ ਆ, ਉਹਨਾਂ ਦੀ ਫਿਲਮ 'ਚ ਪੈਸੇ ਦੇ ਮਾਮਲੇ 'ਚ ਇਨਵੋਲਵਮੈਂਟ ਰਹੀ ਆ। ਓਕੇ, ਠੀਕ ਹੈ ਜੀ। ਅੱਛਾ, ਉਹਨਾਂ ਨੇ ਆਪੇ ਕੀਤੇ ਵਿੱਚ ਥੋੜ੍ਹੇ ਬਹੁਤਾ ਉਹਨਾਂ ਦਾ ਜ਼ਰੂਰ ਹਿੱਸਾ ਬਣਦਾ ਜੀ ਜੀ ਜੀ। ਅਤੇ ਦੂਸਰੀ ਗੱਲ ਹੁੰਦੀ ਵੀ ਜਾਂ ਉਹਨਾਂ ਦੀ ਬਹੁਤਾ ਕਿਸੇ ਅਨਨੈਸੈਸਰੀ ਨੇੜਤਾ ਬਣਾਉਣੀ, ਅਸੀਂ ਆਪਦਾ ਮਸਤ ਰਹੇ ਹਾਂ ਜੀ। ਅਤੇ ਪੈਸੇ ਦੀ ਆਫਰ ਆਈਆਂ, ਪੈਸੇ ਮੈਂ ਖਰਚੇ ਨਹੀਂ, ਸਿੱਧੀ ਗੱਲ। ਠੀਕ ਹੈ। ਮੈਂ ਕਿਹਾ ਮਸਾਂ ਰੋਟੀ ਜੋਗੇ ਆਏ ਆ, ਇਹਦੇ ਖਰਚ ਕੇ ਵੇਲੇ ਨਾਲ, ਉਹ ਤਾਂ ਹੀ ਹੁਣ ਚੱਲ ਫਿਲਮਾਂ 'ਚ ਨਹੀਂ ਆਏ ਪਰ ਸੁਖੀ ਰਹੇ ਆ, ਬਚੇ ਹੋਏ ਆ, ਸੁਖੀ ਰਹੇ ਆ। ਇਹ ਹੈ ਨਹੀਂ ਵੀ ਸਾਨੂੰ, ਇਹ ਤਾਂ ਚਲੋ ਸਕਰੀਨ 'ਤੇ ਤਾਂ ਰਹੇ, ਲੋਕਾਂ 'ਚ ਤਾਂ ਰਹੇ, ਜਿਹੜੇ ਫਿਲਮਾਂ 'ਚ ਜ਼ਿਆਦਾ ਆਏ ਉਹ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ। ਜੀ ਜੀ ਜੀ। ਸਾਡੇ ਮਿੱਤਰ ਨੇ, ਚਲੋ ਪਰਮਾਤਮਾ ਨੇ
ਉਹਨਾਂ ਨੂੰ ਇਹ ਹੁਨਰ ਦਿੱਤਾ, ਇਹ ਟਾਈਮ ਦਿੱਤਾ, ਚੰਗੀ ਗੱਲ ਆ। ਸਾਨੂੰ ਨਹੀਂ ਦਿੱਤਾ, ਸਾਨੂੰ ਗਿਲਾ ਕੋਈ ਨਹੀਂ ਗਾ। ਜੀ 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 ਜੀ, ਇਹ ਤਾਂ ਕੰਮ ਹੁਣ ਵੀ ਕਰ ਸਕਦੇ। ਹਾਂਜੀ, ਠੀਕ ਹੈ ਜੀ। ਤੁਸੀਂ ਸੋਲੋ ਗਾਇਕੀ ਦੇ ਨਾਲ ਨਾਲ ਦੁਗਾਣਾ ਗਾਇਕੀ ਨੂੰ ਵੀ ਅਪਣਾਇਆ ਜੀ, ਅਤੇ ਗੀਤ ਬਹੁਤ ਵਧੀਆ ਲਿਖੇ ਨੇ ਜੀ, ਦੁਗਾਣਾ ਵੀ ਅਤੇ ਸੋਲੋ ਗੀਤ ਵੀ ਲਿਖਿਆ ਜੀ। ਉਹਦੇ ਨਾਲ ਜੋ ਤੁਸੀਂ ਗਜ਼ਲ ਹਾਂਜੀ ਲਿਖੀ ਹੈ ਜੀ, ਮੈਂ ਜ਼ਰੂਰ ਚਾਹੂੰਗਾ, ਕਿਉਂਕਿ ਸਾਡੇ ਬਹੁਤ ਸਾਰੇ ਪਰਿਵਾਰਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ, ਉਸ ਗਜ਼ਲ ਦੀਆਂ ਕੁਝ ਕੁ ਲੈਣਾ ਜੀ ਸਾਡੇ ਪਰਿਵਾਰਾਂ ਨਾਲ ਸਾਂਝੀਆਂ ਗੱਲ। ਸ਼ਮੀ ਜੀ, ਐਕਚੁਅਲੀ ਨਾ ਪਹਿਲਾਂ ਮੈਂ ਜਦੋਂ ਪੜ੍ਹਦਾ ਹੁੰਦਾ ਸੀ ਗਵਰਨਮੈਂਟ ਕਾਲਜ ਲੁਧਿਆਣੇ, ਮੈਂ ਐਮ.ਏ. ਇਕਨੋਮਿਕਸ ਕੀਤੀ ਜੀ। ਉਦੋਂ ਇਹੀ ਅਸੀਂ ਇਸ ਮਾਹੌਲ 'ਚ ਹੁੰਦੇ ਸੀ। ਅੱਛਾ ਜੀ। ਇੱਕ ਵਾਰੀ ਮੈਂ ਤੁਹਾਨੂੰ ਛੋਟੀ ਜਿਹੀ ਇੰਸੀਡੈਂਟ ਦੱਸਦਾ ਵੀ ਮੈਨੂੰ ਇੱਕ ਕਾਵਿ-ਸ਼ਾਰ ਪ੍ਰੋਗਰਾਮ ਹੁੰਦਾ ਜਲੰਧਰ ਦੂਰਦਰਸ਼ਨ 'ਤੇ, ਉੱਥੇ ਕਿਸੇ ਸੀਨੀਅਰ ਕਵੀ ਦੀ ਸਾਰੀ ਰਚਨਾ ਗਾਈ ਜਾਂਦੀ ਸੀ, ਅਤੇ ਮੈਨੂੰ ਉਹਨਾਂ ਨੇ ਬੁਲਾਇਆ, ਮੈਨੂੰ ਕਹਿੰਦੇ ਐਸ ਮੀਸ਼ੇ ਦੀ ਕਵਿਤਾ ਤੁਸੀਂ ਗਾਉਣੀ ਆ ਜੀ। ਅਤੇ ਕਵਿਤਾ ਉਹਨਾਂ ਨੇ ਦਿੱਤੀ ਵੀ ਆ ਅੱਧੀ ਰਾਤ ਪਹਿਰ ਦੇ ਤੜਕੇ, ਅੱਖਾਂ ਵਿੱਚ ਉਹ ਨੀਂਦਰ ਰੜ ਕੇ, ਇੱਕ ਮੁਸਾਫਰ ਸਿਖਰ ਦੁਪਹਿਰੇ ਡਿੱਗਿਆ ਆਪਣੀ ਛਾਂ ਵਿੱਚ ਚੜ੍ਹ ਕੇ, ਲੋਹੀ ਲੋਸੀ ਸੇਕ ਨਹੀਂ ਸੀ ਵੇਖ ਲਿਆ ਮੈਂ ਜੁਗ ਨੂੰ ਫੜ ਕੇ, ਆਪਣਾ ਕਮਰਾ ਝਾੜਨ ਲੱਗਦਾ ਦੂਰ ਜਦੋਂ ਕਿਤੇ ਕੁੰਡਾ ਖੜ ਕੇ। ਅਤੇ ਮੈਨੂੰ ਸੰਤੋਸ਼ ਪ੍ਰੋਡਿਊਸਰ ਜਿਹੜਾ ਸੀ, ਮੈਨੂੰ ਕਹਿੰਦਾ ਦੇਖੇ ਕੈਸੀ ਵਧੀਆ ਗਜ਼ਲ ਆ ਜੀ। ਮੈਂ ਕਿਹਾ ਜੀ ਗਜ਼ਲ ਤਾਂ ਬਹੁਤ ਵਧੀਆ, ਵੀ ਜਿਹੜਾ ਤੋਂ ਵਧੀਆ ਸਭ ਤੋਂ ਵਧੀਆ ਸ਼ੇਰ ਸੀ ਤੁਸੀਂ ਮੈਨੂੰ ਉਹ ਲਿਖਾਇਆ ਨਹੀਂ। ਕਹਿੰਦਾ ਉਹ ਕਿਹੜਾ ਸੀ? ਮੈਂ ਇਹਦੇ ਵਿੱਚ ਇੱਕ ਸ਼ੇਰ ਸੀ ਵੀ ਤੇਰੇ ਬਾਝੋਂ ਜਾਨ ਰਹੀ ਨਾ ਨਬਜ ਵੀ ਚੱਲੇ ਦਿਲ ਵੀ ਧੜਕੇ। ਕੀ ਬਾਤ ਹੈ। ਕਹਿੰਦਾ ਤੈਨੂੰ ਕਿਵੇਂ ਇਹ ਯਾਦ ਆ ਗਿਆ? ਮੈਂ ਕਿਹਾ ਤੂੰਬੀ ਵਾਲਾ ਮੈਂ ਬਾਅਦ ਚ ਬਣਿਆ, ਪਹਿਲਾਂ ਮੈਂ ਇਹ ਹੁੰਦਾ ਸੀ, ਪਹਿਲਾਂ ਮੈਂ ਇਹ ਕੰਮ ਕਰਦਾ ਸੀ ਹੁੰਦਾ ਸੀ। ਇਸ ਕਰਕੇ ਪਹਿਲਾਂ ਮੇਰੀ ਸ਼ੁਰੂਆਤ ਜਿਹੜੀ ਸੀ ਗਜ਼ਲ ਦੇ ਨਾਲ ਹੀ, ਗਜ਼ਲ ਤੇ ਨਾਲ ਲਿਟਰੇਰੀ ਗੀਤਾਂ ਦੇ ਨਾਲ, ਸਾਹਿਤਕ ਗੀਤਾਂ ਨਾਲ ਹੋਈ ਜੀ। ਤੇ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ, ਮੈਂ ਕਿਹਾ ਵੀ ਜੇ ਮੈਂ ਇਹ ਗਾਣ ਲੱਗਿਆ ਤੇ ਮੇਰੇ ਸੁਣਨੇ ਨਹੀਂ ਕਿਸੇ। ਸਹੀ ਆ। ਕਿ ਜਿਹੜੇ ਮੇਰੇ ਕੰਪੀਟੀਟਰ ਸੀ, ਮੈਂ ਕਿਹਾ ਜਿਹੜਾ ਸਮਾਨ ਬਾਹਰ ਵਿਕਦਾ ਉਹਦੀ ਦੁਕਾਨ ਖੋਲ੍ਹਣੀ ਚਾਹੀਦੀ ਹੈ, ਜਿਹੜੀਆਂ ਨਹੀਂ ਚੀਜ਼ਾਂ ਵਿਕਦੀਆਂ ਉਹ ਨਹੀਂ ਵੇਚਣੀਆਂ ਚਾਹੀਦੀਆਂ। ਅਤੇ ਇਸ ਕਰਕੇ ਫਿਰ ਮੈਂ ਵੀ ਦੁਗਾਣੇ ਗਾਉਣ ਲੱਗ ਗਿਆ। ਕਈ ਮੇਰੇ ਕਾਲਜ ਦੇ ਟਾਈਮ ਦੇ ਦੋਸਤਾਂ ਨੇ ਮੇਰੇ 'ਤੇ ਗੁੱਸਾ ਵੀ ਕੀਤਾ ਵੀ ਇਹ ਕਿਹੜੇ ਕੰਮ 'ਚ ਤੂੰ ਪੈ ਗਿਆ। ਮੈਂ ਕਿਹਾ ਵੀ ਤਾੜੀਆਂ ਮੈਂ ਬਥੇਰੀਆਂ ਲੈਣੀਆਂ, ਮੈਂ ਤਾਂ 2-4 ਰੁਪਈਏ ਕਮਾ ਲਈਏ, 4 ਪੈਸੇ ਵੀ ਉਹ 4 ਪੈਸੇ ਕਮਾਉਣੇ ਆ, ਅਤੇ ਉਹ ਮੇਰਾ ਪਰਮਾਤਮਾ ਨੇ ਵਧੀਆ ਸਾਥ ਦਿੱਤਾ ਜੀ ਜੀ। ਪਰ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਅੱਜ ਮੈਨੂੰ ਮੇਰੀ ਪੁਰਾਣੇ ਦਿਨਾਂ ਦੇ ਲੈ ਕੇ ਆਏ। ਉਹਦੇ ਮੈਂ 2 ਲਾਈਨਾਂ ਸੁਣਾ ਦਿੰਦਾ। ਹਾਂ। ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਮੁਰਝਾ ਗਏ ਸਾਂ ਪਰ ਸੁੱਕੇ ਨਹੀਂ, ਅਸੀਂ ਨੇਰੀ ਦੇ ਵਿੱਚ ਹਿੱਲ ਗਏ ਸਾਂ, ਅਸੀਂ ਨੇਰੀ ਦੇ ਵਿੱਚ ਹਿੱਲ ਗਏ ਸਾਂ, ਕੁਝ ਹਿੱਲ ਗਏ ਸਾਂ ਗਏ ਪੁੱਟੇ ਨਹੀਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ। ਇਹ ਸੱਜਣਾ ਰੱਬ ਦੀਆਂ ਖੇਡਾਂ ਨੇ, ਅਸੀਂ ਬਚਦੇ ਰਹਿ ਤੂਫਾਨਾਂ ਚੋਂ, ਅਸੀਂ ਬੱਦਲਾਂ ਦੇ ਵਿੱਚ ਲਟਕ ਗਏ, ਤੁਸੀਂ ਸੁੱਟਦੇ ਰਹਿ ਅਸਮਾਨਾਂ ਚੋਂ, ਅਸੀਂ ਵਕਤ ਅੱਗੇ ਕੁਝ ਲਿਖ ਗਏ ਸਾਂ, ਅਸੀਂ ਵਕਤ ਅੱਗੇ ਕੁਝ ਲਿਖ ਗਏ ਸਾਂ, ਕੁਝ ਲਿਖ ਗਏ ਸਾਂ ਪਰ ਝੁਕੇ ਨਹੀਂ, ਤੇਰੇ ਜਾਣ ਪਿੱਛੋਂ ਮੁਰਝਾ ਗਏ। ਲਾਸਟ ਕਦੀ ਆਸ ਕਦੀ ਬਿਆਸ ਹੋਏ, ਕਦੀ ਦਿਲ ਨੂੰ ਆਪ ਤਰਵਾਸ ਦਿੱਤਾ, ਉਹ ਵੀ ਤਾਂ ਜ਼ਿੰਦਗੀ ਕੱਟ ਨਹੀਂ ਦੇ, ਜੀਨਾ ਨੂੰ ਕਿਸੇ ਬਨਵਾਸ ਦਿੱਤਾ, ਕੱਟ ਗਏ ਨੇ ਸਾਲ ਸੰਧੀਲੇ ਦੇ, ਕੱਟ ਗਏ ਨੇ ਸਾਲ ਸੰਧੀਲੇ ਦੇ, ਕੁਝ ਘਟ ਗਏ ਨੇ ਅਜੇ ਮੁੱਕੇ ਨਹੀਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਮੁਰਝਾ ਗਏ ਸਾਂ ਪਰ ਸੁੱਕੇ ਨਹੀਂ, ਤੇਰੇ ਜਾਣ ਪਿੱਛੋਂ
ਮੁਰਝਾ ਗਏ ਸਾਂ। ਕੀ ਬਾਤ ਹੈ ਜੀ, ਬਹੁਤ ਖੂਬ ਜੀ। ਕਿਆ ਤੁਹਾਡੀ ਕਲਮ ਅੱਗੇ ਸਿਰ ਝੁਕਦਾ ਜੀ ਸਾਡਾ। ਨਹੀਂ, ਬਹੁਤ 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 ਸ਼ੁਕਰੀਆ, ਪਿਆਰਾ ਬਹੁਤ ਜੀ ਸਾਰਾ। ਮਿਹਰਬਾਨੀ। ਬਹੁਤ ਖੂਬ। ਤੇ ਸਾਡੇ ਸਰੋਤੇ ਸਾਨੂੰ ਪਿਆਰ ਕਰਦੇ ਰਹਿਣਾ। ਤੁਸੀਂ ਚੜ੍ਹਦੀ ਕਲਾ ਜਰੋ ਸਰ ਸਾਦੇ ਰਹੋ, ਲੋਕਾਂ ਦੇ ਰੂਪ ਕਰਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਕੀਮਤੀ ਸਮਾਂ ਕੱਢਿਆ ਜੀ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ, ਤੇ ਤੁਹਾਡਾ ਬਹੁਤ ਬਹੁਤ ਮੈਂ ਆਪਣੇ ਦੋਸਤ ਭਿੰਦਰ ਤੂਰ ਦਾ ਵੀ ਸ਼ੁਕਰਗੁਜ਼ਾਰ ਹਾਂ। ਜੀ ਬਿਲਕੁਲ ਜੀ, ਉਹ ਮੇਰੇ ਨਾਲ ਲੈ ਲੈ ਕੇ ਕੇ ਆਏ ਜੀ, ਬਿਲਕੁਲ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਤੁਹਾਡੀ ਕਲਮ ਵਧੀਆ ਵਧੀਆ ਗੀਤ ਲਿਖਦੇ ਰਹੋ, ਤੇ ਤੁਸੀਂ ਤੁਹਾਡੀ ਮਿੱਠੀ ਤੇ ਬੁਲੰਦ ਆਵਾਜ਼ ਰਾਹੀਂ ਤੁਸੀਂ ਸਾਡੇ ਪਰਿਵਾਰਾਂ ਦੀ ਕਚਹਿਰੀ ਦੇ ਵਿੱਚ ਆਪਣੇ ਗੀਤ ਪੇਸ਼ ਕਰਦੇ ਰਹੋ ਜੀ। ਤੇ ਅਸੀਂ ਭਵਿੱਖ ਵਿੱਚ ਵੀ ਸਾਡੀਆਂ ਸ਼ੁਭ ਕਾਮਨਾ ਤੁਹਾਡੇ ਨਾਲ ਨੇ ਜੀ। ਸੋ ਪਰਮਾਤਮਾ ਕੀ ਅਰਦਾਸ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ। ਥੈਂਕ ਯੂ ਜੀ। ਥੈਂਕ ਯੂ।